ਪੰਜਾਬ 'ਚ ਜੰਮੇ ਜਾਇਆਂ ਨੂੰ ਵਿਰਾਸਤ ਵਿੱਚ ਮਿਲੀ ਹੈ ਅਣਖ ਅਦਬ ਤੇ ਅਰਦਾਸ। ਗੁਰਤੀ ਵਿੱਚ ਮਿਲਿਆ ਹੈ ਹੱਕ ਨਿਆਂ ਲਈ ਅੜ ਜਾਣਾ, ਹਮਲਾਵਰਾਂ ਨੂੰ ਚਿੱਤ ਕਰਨਾ ਤੇ ਮਨੁੱਖੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ। ਜੇਕਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੂੰ ਦਲੇਰੀ ਦੇ ਲਈ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ। ਅੱਜ ਅਸੀਂ ਇੱਕ ਅਜਿਹੇ ਸ਼ਹੀਦ ਨੂੰ ਯਾਦ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਜਿਹੜੀ ਦਲੇਰੀ ਆ ਉਸ ਨੂੰ ਵਿਰੋਧੀ ਨੇ ਜਿਹੜੇ ਉਹ ਵੀ ਸਲਾਮ ਕਰਦੇ ਰਹੇ। ਤੁਸੀਂ ਦੇਖ ਲਓ ਹੁਣ ਕਿੰਨੀ ਰਿਸਪੈਕਟ ਕੀਤੀ ਆ ਸੈਂਟਰ ਸਰਕਾਰ ਨੇ ਸਾਡੀ, ਵੀ ਉਹਨਾਂ ਦੇ ਨਾਮ ਤੇ ਦਵੀਪ ਰੱਖਿਆ। ਇਦੋਂ ਵੱਡੀ ਗੱਲ ਕੀ ਹੋ ਸਕਦੀ ਆ? ਆਉਂਦੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਅਸੀਂ ਗੱਲ ਕਰ ਰਹੇ ਹਾਂ ਜੀ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ। ਨਿਰਮਲਜੀਤ ਸਿੰਘ ਸੇਖੋਂ ਦਾ ਨਾਮ ਜੇਕਰ ਤੁਸੀਂ ਸਰਚ ਕਰੋਗੇ ਨੈੱਟ ਦੇ ਉੱਤੇ ਜਾ ਕੇ ਤਾਂ ਤੁਹਾਨੂੰ ਉਹਨਾਂ ਦੀ ਬਹਾਦਰੀ ਦੇ ਜਿਹੜੇ ਕਿੱਸੇ ਆ ਉਹ ਪੜ੍ਹਨ ਨੂੰ ਮਿਲਣਗੇ। ਔਰ ਦੱਸ ਦਈਏ ਕਿ 1971 ਦੀ ਜਿਹੜੀ ਜੰਗ ਹੋਈ ਸੀ ਭਾਰਤ ਪਾਕਿਸਤਾਨ ਦੀ, ਉਸ ਜੰਗ ਦੇ ਵਿੱਚ ਇਕੱਲੇ ਅਜਿਹੇ ਜਿਹੜੇ ਅਫਸਰ ਸੀ ਜਿਨ੍ਹਾਂ ਨੇ ਵਿਰੋਧੀਆਂ ਦਾ ਸਾਹਮਣਾ ਕੀਤਾ ਸੀ। 6 ਲੜਾਕੂ ਵਿਮਾਨਾਂ ਦਾ, 6 ਲੜਾਕੂ ਜਹਾਜ਼ਾਂ ਦਾ ਜਿਹੜਾ ਉਹਨਾਂ ਨੇ ਇਕੱਲਿਆਂ ਨੇ ਸਾਹਮਣਾ ਕੀਤਾ ਸੀ ਤੇ ਦੁਸ਼ਮਣਾਂ ਨੂੰ ਜਿਹੜੀਆਂ ਭਾਜਣਾ ਪਵਾਈਆਂ ਸੀ। ਬਹੁਤ ਵਧੀਆ ਲੱਗਦਾ ਜੀ। ਮੇਰੇ ਤਾਇਆ ਜੀ ਸੀਗੇ, ਉਹਨਾਂ ਨੇ ਇਕੱਲੇ 에ਅਰਫੋਰਸ ਦੇ ਅਫਸਰ ਨੇ ਜਿਨ੍ਹਾਂ ਨੂੰ ਪਰਮਵੀਰ ਚੱਕਰ ਮਿਲਿਆ ਜੀ। ਬਾਕੀ ਹੋਰ 20 ਆਰਮੀ ਦੇ ਨੇ ਜਿਨ੍ਹਾਂ ਨੂੰ ਮਿਲਿਆ ਹੋਇਆ ਵਾ। ਤੇ ਹੁਣ ਭਾਰਤ ਸਰਕਾਰ ਨੇ ਬਹੁਤ ਵਧੀਆ ਸਨਮਾਨ ਦਿੱਤਾ ਉਹਨਾਂ ਨੂੰ। ਅੰਡੇਮਾਨ ਨਿਕੋਬਾਰ 'ਚੋਂ ਇੱਕ ਦਵੀਪ ਉਹਨਾਂ ਦੇ ਨਾਮ ਕੀਤਾ। ਇਹ ਬਹੁਤ ਮਤਲਬ ਵੱਡੀ ਇਹਨਾਂ ਦੀ ਬਹਾਦਰੀ ਸੀਗੀ, ਤਾਂ ਹੀ ਅਸੀਂ ਨਾਮ ਸੋਚਿਆ ਵੀ ਕਿਸੇ ਦੇਸ਼ 'ਚ ਹੋਰ ਇੱਦਾਂ ਨਹੀਂ ਹੋਇਆ ਵੀ ਆਈਲੈਂਡ 'ਤੇ ਨਾਮ ਰੱਖੇ ਜਾਣ ਸ਼ਹੀਦਾਂ 'ਤੇ। ਤੇ ਕਹਿੰਦੇ ਇਹਨਾਂ ਦੀ ਬਹੁਤ ਵੱਡੀ ਜ਼ਿਆਦਾ ਬਹਾਦਰੀ ਸੀ ਵੀ ਅਸੀਂ ਦੇਸ਼ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ। ਸਰਦਾਰ ਨਿਰਮਲਜੀਤ ਸਿੰਘ ਸੇਖੋਂ ਜੀ ਦੇ ਨਾਮ ਦੇ ਉੱਤੇ ਡਾਕ ਟਿਕਟ ਇਸ ਨੂੰ ਜਿਹੜਾ ਜਾਰੀ ਕੀਤਾ ਗਿਆ ਸੀ ਔਰ ਉਹਨਾਂ ਦੀ ਫੋਟੋ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਔਰ ਨਾਲ ਇੱਕ ਪਲੇਨ ਬਣਾਇਆ ਗਿਆ ਹੈ। ਤਾਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਆ ਭਾਰਤ ਸਰਕਾਰ ਨੇ ਇਹ ਟਿਕਟ ਜਾਰੀ ਕੀਤੀ ਸੀ। ਵੀਰੇ ਜਿਵੇਂ ਅਸੀਂ ਦੱਸ ਦਈਏ ਕਿ ਅਸੀਂ ਇਸ ਸਮੇਂ ਜੋ ਘਰ ਦੇ ਵਿੱਚ ਜਿਸ ਦੇ ਵਿੱਚ ਬੈਠੇ ਹਾਂ ਇਹ ਨਿਰਮਲਜੀਤ ਸਿੰਘ ਸੇਖੋਂ ਜੀ ਦਾ ਪੁਰਾਣਾ ਘਰ ਹੈ। ਤਾਂ ਇਹ ਪੁਰਾਣਾ ਘਰ ਵੀ ਤੁਸੀਂ ਉਹਨਾਂ ਦੀ ਇੱਕ ਨਿਸ਼ਾਨੀ ਦੇ ਤੌਰ ਦੇ ਉੱਤੇ ਸਾਂਭ ਕੇ ਰੱਖਿਆ ਹੈ ਮੈਨੂੰ ਲੱਗਦਾ। ਹਾਂਜੀ, ਇਹ ਮੇਰਾ ਜੱਦੀ ਘਰ ਆ ਜੀ। ਇਹ 1970 'ਚ ਮੇਰੇ ਤਾਇਆ ਜੀ ਨੇ ਬਣਵਾਇਆ ਸੀਗਾ ਤੇ 71 'ਚ ਉਹਨਾਂ ਦੀ ਡੈਥ ਹੋ ਗਈ। 1 ਸਾਲ ਹੀ ਰਹਿ ਪਾਏ, ਉਹ 2-3 ਮਹੀਨੇ ਹੀ ਰਹਿ ਪਏ, ਬਾਕੀ ਤਾਂ ਡਿਊਟੀ ਤੇ ਰਹਿੰਦੇ ਸੀਗੇ। ਤੇ ਪਰ ਉਹ ਜਿੱਦਾਂ ਉਹਨਾਂ ਨੇ ਬਣਾਇਆ ਸੀਗਾ ਮੈਂ ਉਦਾਂ ਹੀ ਰੱਖਿਆ ਹੋਇਆ ਵਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਸੁਖ ਦੁਲੇ। ਜੇਕਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੂੰ ਦਲੇਰੀ ਦੇ ਲਈ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਔਰ ਬਹੁਤ ਸਾਰੇ ਅਜਿਹੇ ਕਿੱਸੇ ਨੇ ਜਿਨ੍ਹਾਂ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਕੱਲ੍ਹ ਅਸੀਂ 26 ਜਨਵਰੀ ਦਾ ਜਿਹੜਾ ਗਣਤੰਤਰ ਦਿਵਸ ਦਾ ਦਿਹਾੜਾ ਮਨਾ ਕੇ ਹਟੇ ਹਾਂ ਤੇ ਗਣਤੰਤਰ ਦਿਵਸ ਦੇ ਮੌਕੇ 'ਤੇ ਅੱਜ ਅਸੀਂ ਇੱਕ ਅਜਿਹੇ ਸ਼ਹੀਦ ਨੂੰ ਯਾਦ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਜਿਹੜੀ ਦਲੇਰੀ ਆ ਉਸ ਨੂੰ ਵਿਰੋਧੀ ਨੇ ਜਿਹੜੇ ਉਹ ਵੀ ਸਲਾਮ ਕਰਦੇ ਰਹੇ ਨੇ। ਅਸੀਂ ਗੱਲ ਕਰ ਰਹੇ ਹਾਂ ਜੀ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ। ਨਿਰਮਲਜੀਤ ਸਿੰਘ ਸੇਖੋਂ ਦਾ ਨਾਮ ਜੇਕਰ ਤੁਸੀਂ ਸਰਚ ਕਰੋਗੇ ਨੈੱਟ ਦੇ ਉੱਤੇ ਜਾ ਕੇ ਤਾਂ ਤੁਹਾਨੂੰ ਉਹਨਾਂ ਦੀ ਬਹਾਦਰੀ ਦੇ ਜਿਹੜੇ ਕਿੱਸੇ ਆ ਉਹ ਪੜ੍ਹਨ ਨੂੰ ਮਿਲਣਗੇ। ਔਰ ਦੱਸ ਦਈਏ ਕਿ 1971 ਦੀ ਜਿਹੜੀ ਜੰਗ ਹੋਈ ਸੀ ਭਾਰਤ ਪਾਕਿਸਤਾਨ ਦੀ, ਉਸ ਜੰਗ ਦੇ ਵਿੱਚ ਇਕੱਲੇ ਅਜਿਹੇ ਜਿਹੜੇ ਅਫਸਰ ਸੀ ਜਿਨ੍ਹਾਂ ਨੇ ਵਿਰੋਧੀਆਂ ਦਾ ਸਾਹਮਣਾ ਕੀਤਾ ਸੀ। 6 ਲੜਾਕੂ ਵਿਮਾਨਾਂ ਦਾ, 6 ਲੜਾਕੂ ਜਹਾਜ਼ਾਂ ਦਾ ਜਿਹੜਾ ਉਹਨਾਂ ਨੇ ਇਕੱਲਿਆਂ ਨੇ ਸਾਹਮਣਾ ਕੀਤਾ ਸੀ ਤੇ ਦੁਸ਼ਮਣਾਂ ਨੂੰ ਜਿਹੜੀਆਂ ਭਾਜਣਾ ਪਵਾਈਆਂ ਸੀ। ਅਸੀਂ ਅਕਸਰ ਕਹਿੰਦੇ ਹਾਂ ਕਿ ਅਕਸਰ ਉਹੀ ਜਿਹੜਾ ਬਹਾਦਰ ਇਨਸਾਨ ਹੁੰਦਾ ਜਿਹੜਾ ਜੰਗ ਦੇ ਮੈਦਾਨ 'ਚ ਦੁਸ਼ਮਣਾਂ ਦੀਆਂ ਭਾਜਣਾ ਪਵਾ ਦੇਵੇ। ਤੇ ਹੁਣ ਉਹਨਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਇੱਕ ਸਨਮਾਨ ਦਿੱਤਾ ਗਿਆ ਹੈ। ਅੰਡੇਮਾਨ ਨਿਕੋਬਾਰ ਦੇ ਵਿੱਚ ਇੱਕ ਟਾਪੂ ਦਾ ਨਾਮ ਨਿਰਮਲਜੀਤ ਸਿੰਘ ਸੇਖੋਂ ਜੀ ਦੇ ਨਾਮ ਦੇ ਉੱਤੇ ਰੱਖਿਆ ਗਿਆ। ਉਸ ਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਉਹਨਾਂ ਦੀ ਬਹਾਦਰੀ ਦੇ ਕਿੱਸੇ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਮੇਰੇ ਨਾਲ ਉਹਨਾਂ ਦੇ ਭਤੀਜੇ ਨੇ ਅਮਰਦੀਪ ਸਿੰਘ ਸੇਖੋਂ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਮੈਂ ਮੁਬਾਰਕਬਾਦ ਵੀ ਕਹੂੰਗਾ ਇੱਥੇ ਕਿ ਇੱਕ ਮੁਬਾਰਕਬਾਦ ਇਸ ਲਈ ਆ ਕਿਉਂਕਿ ਉਹਨਾਂ ਦਾ ਨਾਮ ਆ ਨਾ ਜਿਹੜਾ ਉਹ ਪੰਜਾਬ ਦਾ ਨਾਮ ਚਮਕਾਉਂਦਾ ਵਾ ਜੀ। ਉਹਨਾਂ ਨੇ ਬਹਾਦਰੀ ਦੇ ਜਿਹੜੇ ਕਿੱਸੇ ਆ ਨਾ ਸਾਨੂੰ ਸੁਣਨ ਨੂੰ ਮਿਲਦੇ ਆ ਤਾਂ ਸਾਨੂੰ ਵੀ ਲੱਗਦਾ ਕਿ ਅਸੀਂ ਯਾਰ ਉਹਨਾਂ ਦੇ ਹੈ ਨਾ ਵਾਰਸ ਹਾਂ, ਕਿ ਅਸੀਂ ਵੀ ਪੰਜਾਬੀ ਹਾਂ ਤੇ ਉਹ ਜਿਨ੍ਹਾਂ ਨੇ ਸਾਡਾ ਨਾਮ ਜਿਹੜਾ ਇੰਨਾ ਉੱਚਾ ਕੀਤਾ ਹੋਇਆ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਲੱਗਦਾ ਜੀ। ਮੇਰੇ ਤਾਇਆ ਜੀ ਸੀਗੇ, ਉਹਨਾਂ ਨੇ ਇਕੱਲੇ 에ਅਰਫੋਰਸ ਦੇ ਅਫਸਰ ਨੇ ਜਿਨ੍ਹਾਂ ਨੂੰ ਪਰਮਵੀਰ ਚੱਕਰ ਮਿਲਿਆ ਜੀ। ਬਾਕੀ ਹੋਰ 20 ਆਰਮੀ ਦੇ ਨੇ ਜਿਨ੍ਹਾਂ ਨੂੰ ਮਿਲਿਆ ਹੋਇਆ ਵਾ। ਤੇ ਹੁਣ ਭਾਰਤ ਸਰਕਾਰ ਨੇ ਬਹੁਤ ਵਧੀਆ ਸਨਮਾਨ ਦਿੱਤਾ ਉਹਨਾਂ ਨੂੰ। ਅੰਡੇਮਾਨ ਨਿਕੋਬਾਰ 'ਚੋਂ ਇੱਕ ਦਵੀਪ ਉਹਨਾਂ ਦੇ ਨਾਮ ਕੀਤਾ। ਮੈਂ ਉੱਥੇ ਗਿਆ ਸੀਗਾ, ਮੇਰੀ ਬਹੁਤ ਰਿਸਪੈਕਟ ਕੀਤੀ। ਮੋਦੀ ਜੀ ਨੇ ਮੈਨੂੰ, ਗ੍ਰਹਿ ਮੰਤਰਾਲੇ ਨੇ ਮੈਨੂੰ ਸੱਦਿਆ ਸੀਗਾ ਜੀ ਉੱਥੇ। ਹਾਂਜੀ, ਤਾਂ ਸਰ ਜਿਹੜਾ ਇਹ ਨਾਮ ਰੱਖਿਆ ਗਿਆ ਦੀਪ ਦਾ, ਇਹ ਕਦੋਂ ਤੁਹਾਨੂੰ ਜਾਣਕਾਰੀ ਦਿੱਤੀ ਗਈ ਸੀ? ਕਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਸਰ ਦੇ ਨਾਮ ਦੇ ਉੱਤੇ ਜਿਹੜਾ ਇਸ ਤਰੀਕੇ ਨਾਲ ਇੱਕ ਨਾਮ ਰੱਖਿਆ ਜਾ ਰਿਹਾ? ਮੈਨੂੰ 15-20 ਦਿਨ ਪਹਿਲਾਂ ਗ੍ਰਹਿ ਮੰਤਰਾਲੇ ਤੋਂ ਫੋਨ ਆਇਆ ਸੀਗਾ ਜੀ। ਤੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਵੀ ਤੁਹਾਡੇ ਨਾਮ ਤੇ ਦਵੀਪ ਆ, ਵੀ ਹਜੇ ਕੋਈ ਗੱਲ ਨਾ
ਕਿਸੇ ਕੋਲ ਕਰੋ, ਕਿਉਂਕਿ ਉਹਨਾਂ ਦਾ ਪ੍ਰੋਟੋਕਾਲ ਹੁੰਦਾ ਵਾ ਜੀ ਬਿਲਕੁਲ ਜੀ। ਜਿੰਨਾ ਚਿਰ, ਕਿਉਂਕਿ ਬੜੇ ਬੜੇ PM ਸਾਹਿਬ ਨੇ ਆਉਣਾ ਸੀ ਅਤੇ ਗ੍ਰਹਿ ਮੰਤਰੀ ਜੀ ਨੇ, ਤੇ ਉਹ ਫਿਰ ਮੈਂ ਫਿਰ ਦੱਸਿਆ ਨਹੀਂ ਸੀਗਾ ਕਿਸੇ ਨੂੰ। ਚਲੋ ਬਾਕੀ ਉਹਨਾਂ ਨੇ ਫਿਰ ਪਲਾਨ ਬਣਾ ਕੇ ਦੱਸਤਾ, ਫਿਰ ਮੈਨੂੰ ਬੁਲਾਇਆ ਉੱਥੇ, ਮੇਰਾ ਟਿਕਟਾਂ ਵਗੈਰਾ ਕਰਾਈਆਂ, ਮੈਨੂੰ ਇੱਥੋਂ ਲੈ ਕੇ ਗਏ, ਮੈਨੂੰ ਉਹਨਾਂ ਨੇ ਬੰਦੇ ਭੇਜੇ ਨਾਲ ਮੇਰੇ, ਉਹਨਾਂ ਦੇ ਗਏ, ਕਿਉਂਕਿ ਉਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਨਾ ਉੱਥੇ ਮੈਨੂੰ ਲੈ ਕੇ ਜਾਣਾ, ਉੱਥੇ ਮੈਨੂੰ ਰੱਖਣਾ, ਸਰ ਕਢਾਊ 'ਚ ਰੱਖਿਆ, ਵਧੀਆ ਉਹਨਾਂ ਨੇ ਬਹੁਤ ਜ਼ਿਆਦਾ ਸਨਮਾਨ ਕੀਤਾ। ਸਰ ਜੇਕਰ ਸਨਮਾਨ ਦੀ ਗੱਲ ਕਰੀਏ, ਮੈਨੂੰ ਲੱਗਦਾ ਕਿ ਅਜਿਹਾ ਸਨਮਾਨ ਮਿਲਣਾ ਨਾ ਪੰਜਾਬ ਦੇ ਲਈ ਵੀ ਇੱਕ ਚੰਗੀ ਗੱਲ ਹੈ ਕਿ ਪੰਜਾਬ ਦਾ ਨਾਮ ਵੀ ਉੱਪਰ ਆਉਂਦਾ, ਔਰ ਇਕੱਲੇ ਫਲਾਈਂਗ ਅਫਸਰ ਨੇ ਜਿਨ੍ਹਾਂ ਨੂੰ ਇਹ ਸਨਮਾਨ ਜਿਹੜਾ ਮਿਲਿਆ ਵਾ, ਔਰ ਪਰਮਵੀਰ ਚੱਕਰ, ਇਕੱਲੇ ਫਲਾਈਂਗ ਅਫਸਰ ਨੇ ਜਿਨ੍ਹਾਂ ਨੂੰ ਪਰਮਵੀਰ ਚੱਕਰ ਮਿਲਿਆ ਸੀ, ਤੇ ਹੁਣ ਉਹਨਾਂ ਦੇ ਨਾਮ ਦੇ ਉੱਤੇ ਇੱਕ ਦੀਪ ਦਾ ਨਾਮ ਰੱਖਿਆ ਗਿਆ। ਮੈਨੂੰ ਲੱਗਦਾ ਕਿ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਨਾ ਇੱਕ ਜਿਹੜਾ ਕਹਿ ਸਕਦੇ ਹਾਂ ਕਿ ਯੋਗਦਾਨ ਰਹੇਗਾ ਉਹਨਾਂ ਦਾ, ਕਿ ਕਿਵੇਂ ਅੱਗੇ ਵਧਣਾ, ਔਰ ਉਹਨਾਂ ਨੂੰ ਦੇਖ ਕੇ ਸ਼ਾਇਦ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਆਰਮੀ ਦੇ ਵੱਲ ਪ੍ਰੇਰਿਤ ਵੀ ਹੋਣਗੇ। ਹਾਂਜੀ ਹਾਂਜੀ, ਇਹ ਤਾਂ ਗੱਲ ਉੱਥੇ ਅਮਿਤ ਸ਼ਾਹ ਜੀ ਨੇ ਵੀ ਕਹੀ ਆ ਜੀ, ਕਹਿੰਦੇ ਵੀ ਇਹ ਬਹੁਤ ਮਤਲਬ ਵੱਡੀ ਇਹਨਾਂ ਦੀ ਬਹਾਦਰੀ ਸੀਗੀ, ਤਾਂ ਹੀ ਅਸੀਂ ਨਾਮ ਸੋਚਿਆ ਵੀ ਕਿਸੇ ਦੇਸ਼ 'ਚ ਹੋਰ ਇਦਾਂ ਨਹੀਂ ਹੋਇਆ ਵੀ ਆਈਲੈਂਡ ਤੇ ਨਾਮ ਰੱਖੇ ਜਾਣ ਸ਼ਹੀਦਾਂ ਤੇ ਕਹਿੰਦੇ ਇਹਨਾਂ ਦੀ ਬਹੁਤ ਵੱਡੀ ਜ਼ਿਆਦਾ ਬਹਾਦਰੀ ਸੀ ਵੀ ਅਸੀਂ ਦੇਸ਼ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ, ਤੇ ਬਹੁਤ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਜੀ ਮੇਰੇ ਤਾਇਆ ਜੀ ਨੇ, ਮੈਨੂੰ ਬਹੁਤ ਵਧੀਆ ਲੱਗਦਾ ਵਾ। ਵੀਰੇ ਜਿਵੇਂ ਅਸੀਂ ਦੱਸ ਦਈਏ ਕਿ ਅਸੀਂ ਇਸ ਸਮੇਂ ਜੋ ਘਰ ਦੇ ਵਿੱਚ ਜਿਸ ਦੇ ਵਿੱਚ ਬੈਠੇ ਹਾਂ, ਇਹ ਨਿਰਮਲਜੀਤ ਸਿੰਘ ਸੇਖੋਂ ਜੀ ਦਾ ਪੁਰਾਣਾ ਘਰ ਹੈ, ਤਾਂ ਇਹ ਪੁਰਾਣਾ ਘਰ ਵੀ ਤੁਸੀਂ ਉਹਨਾਂ ਦੀ ਇੱਕ ਨਿਸ਼ਾਨੀ ਦੇ ਤੌਰ ਦੇ ਉੱਤੇ ਸਾਂਭ ਕੇ ਰੱਖਿਆ ਹੈ ਮੈਨੂੰ ਲੱਗਦਾ ਹੈ ਨਾ, ਕਿਉਂਕਿ ਅਸੀਂ ਤਸਵੀਰਾਂ ਜਿਵੇਂ ਦੇਖ ਰਹੇ ਹਾਂ, ਪੁਰਾਣੇ ਉਹਨਾਂ ਦੇ ਸਨਮਾਨ ਜਿਹੜੇ ਇੱਥੇ ਲੱਗੇ ਹੋਏ ਨੇ, ਤਾਂ ਇਹ ਵੀ ਇੱਕ ਚੰਗੀ ਗੱਲ ਹੈ ਕਿ ਪਰਿਵਾਰ ਵੀ ਉਹਨਾਂ ਦੀ ਨਿਸ਼ਾਨੀਆਂ ਨੂੰ ਉਸੇ ਤਰੀਕੇ ਨਾਲ ਸਾਂਭ ਕੇ ਰੱਖ ਰਿਹਾ। ਹਾਂਜੀ, ਇਹ ਮੇਰਾ ਜੱਦੀ ਘਰ ਆ ਜੀ, ਇਹ 1970 'ਚ ਮੇਰੇ ਤਾਇਆ ਜੀ ਨੇ ਬਣਵਾਇਆ ਸੀਗਾ, ਤੇ 71 'ਚ ਉਹਨਾਂ ਦੀ ਡੈਥ ਹੋ ਗਈ, 1 ਸਾਲ ਹੀ ਰਹਿ ਪਾਏ, ਉਹ 2-3 ਮਹੀਨੇ ਹੀ ਰਹਿ ਪਏ, ਬਾਕੀ ਤਾਂ ਡਿਊਟੀ ਤੇ ਰਹਿੰਦੇ ਸੀਗੇ, ਤੇ ਪਰ ਉਹ ਜਿੱਦਾਂ ਉਹਨਾਂ ਨੇ ਬਣਾਇਆ ਸੀਗਾ ਮੈਂ ਉਦਾਂ ਹੀ ਰੱਖਿਆ ਹੋਇਆ ਵਾ, ਆ ਤੁਸੀਂ ਦੇਖ ਸਕਦੇ ਹੋ, ਤੇ ਬਾਅਦ 'ਚ ਤੁਸੀਂ ਦਿਖਾਓ ਸਾਰੇ ਲੋਕਾਂ ਨੂੰ ਵੀ ਇਹ ਉਹਨਾਂ ਦਾ ਜੱਦੀ ਘਰ ਆ, ਇਹ ਵੀ ਜਿੱਥੇ ਉਹਨਾਂ ਨੇ ਆਪਣਾ ਵਕਤ ਗੁਜ਼ਾਰਿਆ ਇਹ। ਬਿਲਕੁਲ ਜੀ। ਤਾਂ ਜੇਕਰ ਸਨਮਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਇਸ ਤੋਂ ਪਹਿਲਾਂ ਕਾਫੀ ਸਨਮਾਨ ਜਿਹੜੇ ਦਿੱਤੇ ਗਏ ਨੇ, ਅਕਸਰ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਔਰ ਤੁਹਾਡੇ ਪਿੰਡ ਦੇ ਵਿੱਚ ਵੀ ਅਸੀਂ ਦੇਖਿਆ ਕਿ ਇਸ ਤਰੀਕੇ ਨਾਲ ਨਾ ਉਹਨਾਂ ਦਾ ਇੱਕ ਸਟੈਚੂ ਬਣਵਾਇਆ ਗਿਆ ਜੀ, ਪਿੰਡ ਦੇ ਵੱਲੋਂ ਵੀ ਕਾਫੀ ਸਨਮਾਨ ਦਿੱਤੇ ਜਾਂਦੇ ਨੇ ਹਮੇਸ਼ਾ। ਤਾਂ ਜਿਹੜੇ ਮੁੰਡੇ ਨੌਜਵਾਨ ਨੇ ਜਿਹੜੇ ਹੁਣ ਆਰਮੀ ਦੀ ਤਿਆਰੀ ਕਰ ਰਹੇ ਆ, ਭਰਤੀ ਹੋਣ ਦੇ ਲਈ ਤਿਆਰੀਆਂ ਕਰ ਰਹੇ ਆ, ਉਹਨਾਂ ਨੂੰ ਤੁਹਾਡਾ ਕੋਈ ਮੈਸੇਜ ਹੋਵੇ, ਅਗਰ ਤੁਸੀਂ ਕੋਈ ਜਾਂ ਕੋਈ ਯਾਦ ਹੋਵੇ ਆਪਦੇ ਤਾਇਆ ਜੀ ਦੇ ਨਾਲ ਸਾਂਝੀ ਕਰਨਾ ਚਾਹੋ, ਪਰਿਵਾਰ ਦੀ ਕੋਈ ਯਾਦ ਜੁੜੀ ਹੋਵੇ ਉਹਨਾਂ ਨਾਲ? ਹਾਂਜੀ, ਮੈਂ ਤਾਂ ਚਲੋ ਛੋਟਾ ਸੀ, ਮੇਰੇ ਤਾਂ ਬਰਥ ਬਾਅਦ ਦਾ ਵਾ, ਪਰ ਮੈਂ ਤਾਂ ਇਹੀ ਅਪੀਲ ਕਰੂੰਗਾ ਨੌਜਵਾਨਾਂ ਨੂੰ ਕਿ ਤੁਸੀਂ ਦੇਖ ਲਓ ਹੁਣ ਕਿੰਨੀ ਰਿਸਪੈਕਟ ਕੀਤੀ ਆ ਸੈਂਟਰ ਸਰਕਾਰ ਨੇ ਸਾਡੀ, ਵੀ ਉਹਨਾਂ ਦੇ ਨਾਮ ਤੇ ਦਵੀਪ ਰੱਖਿਆ, ਇਦੋਂ ਵੱਡੀ ਗੱਲ ਕੀ ਹੋ ਸਕਦੀ ਆ। ਆਉਂਦੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਵੀ ਜਦੋਂ ਜਿੰਨਾ ਚਿਰ ਆਪਣਾ ਰਹੂਗਾ ਉਹਨਾਂ ਚਿਰ ਨਾਮ ਰਹੂਗਾ, ਤੇ ਮੈਂ ਤਾਂ ਕਹੂੰਗਾ ਜੀ ਦੇਸ਼ ਦੀ ਸੇਵਾ ਕਰਨ, ਸੈਨਾ 'ਚ ਜਾਣ, ਬਾਹਰ ਬੂਰ ਕੀ ਰੱਖਿਆ ਵਾ, ਲੋਕ ਬਾਹਰ ਜਾਈ ਜਾਂਦੇ ਆ। ਜੇਕਰ ਉਹਨਾਂ ਦੀ ਬਹਾਦਰੀ ਦੇ ਕਿੱਸਿਆਂ ਦੀ ਅਸੀਂ ਗੱਲ ਕਰੀਏ ਨਾ, ਤਾਂ ਪੂਰੀ ਦੁਨੀਆ ਉਹਨਾਂ ਦੀ ਬਹਾਦਰੀ ਦੇ ਕਿੱਸਿਆਂ ਤੋਂ ਜਾਣੂ, ਔਰ ਪਾਕਿਸਤਾਨ ਦੇ ਜਿਹੜੇ ਇੱਕ ਅਫਸਰ ਸੀਗੇ ਉਹਨਾਂ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ ਸੀਗਾ ਇੱਕ ਵਾਰ, ਕਹਿੰਦੇ ਜੀ ਕਿ ਇਹਨਾਂ ਦੀ ਦਲੇਰੀ ਦੇਖ ਕੇ ਨਾ ਸਾਡੇ ਜਿਹੜੇ ਹੋਸ਼ ਉੱਡ ਗਏ ਸੀ। ਨਹੀਂ, ਉਹ ਐਕਚੁਅਲੀ ਇਦਾਂ ਸੀਗਾ, ਉਹਨਾਂ ਨੇ ਬੁੱਕ ਲਿਖੀ ਸੀਗੀ, ਉਹ ਜਿਹੜੇ 6 ਜਹਾਜ਼ਾਂ ਨੇ ਹਮਲਾ ਕੀਤਾ ਸੀ ਉਹਨਾਂ 'ਚੋਂ 3 ਤਾਂ ਸਿੱਟਤੇ ਸੀਗੇ, 3 ਜਿਹੜੇ ਬਚ ਕੇ ਨਿਕਲ ਗਏ ਸੀ, ਉਹਨਾਂ 'ਚੋਂ ਇੱਕ ਅਫਸਰ ਨੇ ਬੁੱਕ ਲਿਖੀ ਸੀ, ਉਸ ਬੁੱਕ 'ਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਵੀ ਇੱਦਾਂ ਦਾ ਦਲੇਰ ਮੈਂ ਪਾਇਲਟ ਅੱਜ ਤੱਕ ਨਹੀਂ ਦੇਖਿਆ, ਵੀ ਇਕੱਲੇ ਨੇ ਸਾਨੂੰ 6 ਜਣਿਆਂ ਨੂੰ ਵੀ ਵਿਪਤਾ ਪਾਤੀ, ਵੀ ਸਾਤੋਂ ਤਾਂ ਵੀ ਪਤਾ ਸੀ, ਸਾਡੇ ਤਾਂ ਪਤਾ ਹੀ ਨਹੀਂ ਲੱਗਿਆ ਸਾਨੂੰ ਕੀ ਹੋ ਗਿਆ, ਅਸੀਂ ਤਾਂ ਮਸਾਂ ਜਾਨ ਬਚਾ ਕੇ ਆਏ ਆ। ਉਹਨਾਂ ਨੇ ਬਹਾਦਰੀ ਦਾ ਜ਼ਿਕਰ ਕੀਤਾ ਸੀ। ਤਾਂ ਇੱਕ ਚੀਜ਼ ਇਹ ਵੀ ਸਾਹਮਣੇ ਆਉਂਦੀ ਸੀ ਕਿ ਜਦੋਂ ਇਹਨਾਂ ਦਾ ਜਹਾਜ਼ ਨਾ ਹਿੱਟ ਹੋਇਆ ਸੀ ਸ਼ਾਇਦ ਦੂਜੇ ਜਹਾਜ਼ ਦੇ ਨਾਲ, ਤਾਂ ਇਹਨਾਂ ਨੂੰ ਮੈਸੇਜ ਗਿਆ ਸੀਗਾ ਇੰਡੀਅਨ 에ਅਰ ਫੋਰਸ ਦੇ ਜਿਹੜੇ ਸੀਨੀਅਰ ਸੀਗੇ ਜਿਨ੍ਹਾਂ ਨਾਲ ਇਹਨਾਂ ਦਾ ਰਾਬਤਾ ਕਾਇਮ ਸੀ, ਉਹ ਕਹਿੰਦੇ ਸੀ ਕਿ ਵਾਪਸ ਆ ਜਾਓ, ਪਰ ਇਹਨਾਂ ਨੇ ਇਹ ਵਾਪਸ ਨਹੀਂ ਸੀ ਮੁੜੇ, ਔਰ ਜਦੋਂ ਹਮਲਾ ਹੋਇਆ ਸੀ ਉਸ ਟਾਈਮ ਵੀ ਇਹਨਾਂ ਕੋਲੇ ਮੌਕਾ ਸੀਗਾ ਕਿ ਸ਼ਾਇਦ ਉੱਥੇ ਨਾ ਜਾਂਦੇ, ਪਰ ਇਹਨਾਂ ਨੇ ਚੁਣਿਆ ਰਸਤਾ ਉਹ ਕਿ ਨਹੀਂ ਮੈਂ ਬਹਾਦਰ ਹੀ ਹਾਂ, ਤਾਂ ਅਸੀਂ ਪੰਜਾਬੀਆਂ ਪਿੱਛੇ ਨਹੀਂ ਹਟ ਸਕਦੇ ਨਾ, ਤਾਂ ਉਹ ਚੀਜ਼ ਇਹਨਾਂ ਨੇ ਚੁਣੀ ਕਿ ਨਹੀਂ ਮੈਂ ਜੰਗ ਦੇ ਮੈਦਾਨ 'ਚ ਜਾਊਂਗਾ ਤੇ ਦੁਸ਼ਮਣ ਨੂੰ ਭਜਾ ਕੇ ਆਊਂਗਾ। ਹਾਂਜੀ ਹਾਂਜੀ, ਉਹ ਤਾਂ ਹੈਗੇ, ਤੁਸੀਂ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਸਟੋਰੀ ਪਤਾ ਲੱਗ ਹੀ ਚੁੱਕੀ ਆ, ਚਲੋ ਮੀਡੀਆ ਅੱਜ ਕੱਲ੍ਹ ਹੈਗਾ ਵਾ, ਪਹਿਲਾਂ ਤਾਂ ਚਲੋ ਨਹੀਂ ਪਤਾ ਸੀਗਾ, ਤੇ ਇਕੱਲਿਆਂ ਨੇ ਮੁਕਾਬਲਾ ਕੀਤਾ, ਗਏ ਲੜੇ, ਤੇ ਤੁਹਾਨੂੰ ਬਾਕੀ ਦਾ ਸਭ ਨੂੰ ਪਤਾ ਹੀ ਆ ਵੀ ਕਿੰਨਾ ਮਾਣ ਵਧਾਇਆ ਦੇਸ਼ ਦਾ, ਪੰਜਾਬੀਆਂ ਦਾ। ਸਾਡੇ ਪਿੰਡ ਦਾ ਈਸੇਵਾਲ ਪਿੰਡ ਨੂੰ ਹੁਣ ਅੰਡੋਮਾਨ ਨਿਕੋਬਾਰ 'ਚ ਵੀ ਜਾਣਨ ਲੱਗ ਗਏ ਸਾਰੇ, ਸੇਖੋਂ ਵੀ ਕੋਈ ਹੈਗਾ ਵਾ। ਹਾਂਜੀ ਹਾਂਜੀ, ਬਿਲਕੁਲ ਜੀ। ਤਾਂ ਸਾਡੇ ਵੱਲੋਂ ਇਸ ਤਰੀਕੇ ਦੀਆਂ ਜਿਹੜੀਆਂ ਕਵਰੇਜ ਕਰਨੀਆਂ ਵੀ ਜ਼ਰੂਰੀ ਹੋ ਜਾਂਦੀਆਂ ਨੇ, ਕਿਉਂਕਿ ਆਉਣ ਵਾਲੇ ਜਿਹੜੇ ਨੌਜਵਾਨ ਨੇ ਜਿਹੜੇ ਆਰਮੀ 'ਚ ਭਰਤੀ ਹੋਣਾ ਚਾਹੁੰਦੇ ਨੇ, ਜੇਕਰ ਉਹਨਾਂ ਨੂੰ ਸਾਡੇ ਸ਼ਹੀਦਾਂ ਦੇ ਬਾਰੇ ਪਤਾ ਹੋਏਗਾ, ਸਾਡੇ ਜਿਹੜੇ ਹੀਰੋ ਨੇ ਉਹਨਾਂ ਦੇ ਬਾਰੇ ਪਤਾ ਹੋਏਗਾ, ਤਾਂ ਸ਼ਾਇਦ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਇਸ ਤਰੀਕੇ ਨਾਲ ਦੇਸ਼ ਦੇ ਪ੍ਰਤੀ ਸੇਵਾ ਕਰਨ ਦਾ ਜਿਹੜਾ ਜਜ਼ਬਾ ਪੈਦਾ ਹੋਏਗਾ। ਤਾਂ ਮੈਂ ਇੱਕ ਚੀਜ਼ ਹੋਰ ਤੁਹਾਨੂੰ
ਤੁਹਾਨੂੰ ਇੱਥੇ ਤਸਵੀਰਾਂ ਜਿਹੜੀਆਂ ਉਹ ਦਿਖਾ ਦਿੰਦੇ ਆ ਜੀ। ਅਸੀਂ ਕੈਮਰਾਮੈਨ ਨੂੰ ਕਹਾਂਗਾ ਕਿ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਦਿੱਤੀਆਂ ਜਾਣ, ਜਿਹੜੀਆਂ ਪੁਰਾਣੀਆਂ ਤਸਵੀਰਾਂ ਨੇ ਸਾਡੇ ਸ਼ਹੀਦ ਨੇ ਜੋ ਨਿਰਮਲਜੀਤ ਸਿੰਘ ਸੇਖੋਂ ਜੀ, ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਇੱਥੇ ਕਾਫੀ ਲੱਗੀਆਂ ਹੋਈਆਂ ਨੇ। ਔਰ ਸਨਮਾਨ ਨੇ ਜਿਹੜੇ ਉਹਨਾਂ ਨੂੰ ਸਨਮਾਨ ਮਿਲੇ ਨੇ ਉਹ ਵੀ ਇੱਥੇ ਲਗਾਏ ਗਏ ਨੇ। ਮੈਂ ਇੱਕ ਵਾਰ ਫਿਰ ਤੋਂ ਤੁਹਾਨੂੰ ਜੰਗ ਦੇ ਬਾਰੇ ਥੋੜ੍ਹਾ ਜਿਹਾ ਦੱਸ ਦਿੰਦਾ ਕਿ 1971 ਦੀ ਜੰਗ ਹੋਈ ਸੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ। 14 ਦਸੰਬਰ ਦਾ ਉਹ ਦਿਨ ਸੀ ਜਦੋਂ ਪਾਕਿਸਤਾਨ ਦੇ ਜਿਹੜੇ 6 ਲੜਾਕੂ ਜਹਾਜ਼ ਸੀ ਉਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ 에ਅਰਵੇਜ਼ ਦੇ ਉੱਤੇ, ਤੇ ਉੱਥੇ ਨਿਰਮਲਜੀਤ ਸਿੰਘ ਸੇਖੋਂ ਜੀ ਨੇ ਜਿਹੜੇ ਇਹ ਵੀ ਉੱਥੇ ਮੌਜੂਦ ਹੁੰਦੇ ਨੇ। ਤਾਂ ਜਦੋਂ ਹਮਲਾ ਹੁੰਦਾ ਹੈ, ਹਮਲਾ ਜਿਹੜਾ ਉਹ ਜਹਾਜ਼ਾਂ ਦੇ ਉੱਤੇ ਕੀਤਾ ਜਾਂਦਾ, ਜੋ ਰਨਵੇ ਹੁੰਦਾ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ, ਭਾਰੀ ਗਿਣਤੀ ਦੇ ਵਿੱਚ ਜਿਹੜੀ ਉੱਥੇ ਬੰਬਬਾਰੀ ਕੀਤੀ ਜਾਂਦੀ ਆ। ਪਰ ਉਦੋਂ ਨਿਰਮਲਜੀਤ ਸਿੰਘ ਸੇਖੋਂ ਜੀ ਨੇ ਜਿਹੜੇ ਉਹ ਅੱਗੇ ਆਉਂਦੇ ਨੇ, ਆਪਣੇ ਜਹਾਜ਼ ਦੇ ਤੱਕ ਪਹੁੰਚਦੇ ਨੇ। ਪਹਿਲਾਂ ਤਾਂ ਬੰਬਾਰੀ ਦੇ ਵਿੱਚ ਉਹ ਟੇਕ ਆਫ ਕਰਦੇ ਨੇ, ਅਸਮਾਨ ਦੇ ਵਿੱਚ ਪਹੁੰਚਦੇ ਨੇ। ਤਾਂ ਅੰਦਾਜ਼ਾ ਲਗਾਓ ਕਿ ਜਦੋਂ 6 ਲੜਾਕੂ ਜਹਾਜ਼ ਬੰਬ ਵਰਸਾ ਰਹੇ ਹੋਣ ਅਸਮਾਨ ਦੇ ਵਿੱਚੋਂ, ਉਸ ਸਮੇਂ ਪਹਿਲਾਂ ਜਹਾਜ਼ ਤੱਕ ਪਹੁੰਚਣਾ, ਫਿਰ ਰਨਵੇ ਦੇ ਉੱਤੇ ਜਹਾਜ਼ ਨੂੰ ਜਿਹੜਾ ਅਸਮਾਨ ਤੱਕ ਲੈ ਕੇ ਜਾਣਾ, ਉਸ ਤੋਂ ਬਾਅਦ ਅਸਮਾਨ ਦੇ ਵਿੱਚ ਜਾ ਕੇ ਇਕੱਲਾ ਬੰਦਾ, ਇਕੱਲਾ ਅਫਸਰ 6 ਜਹਾਜ਼ਾਂ ਦੇ ਨਾਲ ਭਿੜਦਾ ਹੈ ਅਤੇ 6 ਦੇ ਵਿੱਚੋਂ 3 ਜਿਹੜੇ ਜਹਾਜ਼ ਨੇ ਉਹਨਾਂ ਨੂੰ ਸਿੱਟ ਦਿੰਦਾ ਹੈ, ਉਹਨਾਂ ਨੂੰ ਜਿਹੜਾ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਅਫਸਰਾਂ ਦੇ ਵੱਲੋਂ ਕਮਾਂਡ ਮਿਲਦੀ ਹੈ ਕਿ ਤੁਸੀਂ ਵਾਪਸ ਆ ਜਾਓ, ਪਰ ਉਹ ਕਹਿੰਦੇ ਨੇ ਕਿ ਨਹੀਂ, ਵਾਪਸ ਨਹੀਂ ਆਵਾਂਗਾ। ਤਾਂ ਉਸ ਤੋਂ ਬਾਅਦ ਜਿਹੜੇ 3 ਜਹਾਜ਼ ਬਚਦੇ ਨੇ ਉਹ ਵਾਪਸ ਮੁੜ ਜਾਂਦੇ ਨੇ, ਪਾਕਿਸਤਾਨ ਵਾਲੀ ਸਾਈਡ ਨੂੰ ਵਾਪਸ ਚੱਲ ਜਾਂਦੇ ਨੇ। ਜਿਸ ਤੋਂ ਬਾਅਦ ਨਿਰਮਲਜੀਤ ਸਿੰਘ ਸੇਖੋਂ ਜੀ ਦਾ ਜਿਹੜਾ ਜਹਾਜ਼ ਹੈ ਉਹ ਵੀ ਕ੍ਰੈਸ਼ ਹੋ ਜਾਂਦਾ, ਕਿਉਂਕਿ ਇਹਨਾਂ ਦੇ ਜਹਾਜ਼ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਜਦੋਂ ਵਿਰੋਧੀ ਜਿਹੜੇ ਜਹਾਜ਼ ਨੇ ਉਹ ਹਮਲਾ ਕਰਦੇ ਨੇ ਤਾਂ ਇਹਨਾਂ ਦੇ ਜਹਾਜ਼ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਦਾ ਹੈ, ਜਿਸ ਕਾਰਨ ਇਹਨਾਂ ਦਾ ਜਹਾਜ਼ ਵੀ ਕ੍ਰੈਸ਼ ਹੋ ਜਾਂਦਾ ਹੈ। ਤਾਂ ਕ੍ਰੈਸ਼ ਹੋਣ ਤੋਂ ਬਾਅਦ ਇਹਨਾਂ ਦੀ ਵੀ ਜਿਹੜੇ ਇਹ ਵੀ ਸ਼ਹੀਦ ਹੋ ਜਾਂਦੇ ਨੇ ਉੱਥੇ। ਪਰ ਇਹ ਬਹਾਦਰੀ ਦਾ ਜਿਹੜਾ ਕਿੱਸਾ ਹੈ ਨਾ, ਇਹ ਕਾਫੀ ਜ਼ਿਆਦਾ ਦਲੇਰੀ ਵਾਲਾ ਹੈ, ਕਿਉਂਕਿ ਇਕੱਲਾ ਇਨਸਾਨ ਜਦੋਂ ਪਤਾ ਹੋਵੇ ਕਿ ਸਾਹਮਣੇ ਇਸ ਤਰੀਕੇ ਨਾਲ ਦੁਸ਼ਮਣ ਹਮਲਾ ਕਰ ਰਿਹਾ, ਉਸ ਜੰਗ ਦੇ ਵਿੱਚ ਜਾਣਾ, ਉਸ ਸਮੇਂ ਆਪਣੇ ਆਪ ਨੂੰ ਜੰਗ ਦੇ ਲਈ ਤਿਆਰ ਕਰਨਾ ਇੱਕ ਬੜੀ ਮੁਸ਼ਕਲ ਚੀਜ਼ ਹੁੰਦੀ ਹੈ। ਪਰ ਕਹਿੰਦੇ ਨੇ ਕਿ ਸ਼ਾਇਦ ਫੌਜੀ ਇਸੇ ਚੀਜ਼ ਲਈ ਜਾਣੇ ਜਾਂਦੇ ਨੇ ਕਿ ਬਹਾਦਰੀ ਦੇ ਜਿਹੜੇ ਉਹਨਾਂ ਦੇ ਕਿੱਸੇ ਆ ਨਾ, ਉਹ ਇਸ ਲਈ ਆਪਾਂ ਅਕਸਰ ਸੁਣਦੇ ਹਾਂ ਕਿ ਫੌਜੀ ਨੇ ਨਾ ਜਿਹੜੇ ਉਹ ਦਲੇਰ ਹੁੰਦੇ ਨੇ ਤੇ ਉਹਨਾਂ ਨੂੰ ਦੇਸ਼ ਸਭ ਤੋਂ ਵੱਧ ਪਿਆਰਾ ਹੁੰਦਾ, ਆਪਣੀ ਜਾਨ ਦੇ ਨਾਲੋਂ ਵੀ ਉਹਨਾਂ ਨੂੰ ਦੇਸ਼ ਪਿਆਰਾ ਹੁੰਦਾ। ਤਾਂ ਤਸਵੀਰਾਂ ਇੱਥੇ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ, ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਜੀ ਨੇ ਜਿਹੜੇ। ਔਰ 14 ਦਸੰਬਰ 1971 ਦੀ ਉਹ ਜੰਗ ਆ ਜਿਹੜੀ ਸ਼ਾਇਦ ਉਹ ਹਰ ਕਿਸੇ ਨੂੰ ਯਾਦ ਵੀ ਰਹੇਗੀ। ਔਰ ਸਾਡੇ ਵੱਲੋਂ ਵੀ ਸ਼ਾਇਦ ਇਹ ਚੀਜ਼ਾਂ ਇਸੇ ਲਈ ਜ਼ਰੂਰੀ ਹੋ ਜਾਂਦੀਆਂ ਨੇ ਕਵਰ ਕਰਨੀਆਂ, ਕਿਉਂਕਿ ਇਹ ਸਾਡਾ ਮਾਣ ਨੇ, ਸਾਡੇ ਪੰਜਾਬ ਦਾ ਮਾਣ ਨੇ, ਸਾਡੇ ਪਿੰਡਾਂ ਦਾ ਮਾਣ ਨੇ। ਔਰ ਇਹਨਾਂ ਦੀਆਂ ਜਿਹੜੀਆਂ ਦਲੇਰੀਆਂ ਨੇ ਉਹਨਾਂ ਦੇ ਨਾਲ ਹੀ ਅਸੀਂ ਅੱਗੇ ਵੱਧ ਸਕਦੇ ਹਾਂ, ਔਰ ਇਹਨਾਂ ਦਲੇਰੀਆਂ ਦੇ ਸਦਕਾ ਹੀ ਸਾਡੇ ਅੰਦਰ ਵੀ ਜਿਹੜਾ ਦੇਸ਼ ਦੀ ਸੇਵਾ ਦਾ ਜਜ਼ਬਾ ਪੈਦਾ ਹੋਏਗਾ। ਤਾਂ 1971 ਦੀ ਜੰਗ ਦੇ ਵਿੱਚ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਦੇਸ਼ ਦਾ ਮਾਣ ਵਧਾਇਆ ਸੀ, ਪੰਜਾਬ ਦਾ ਮਾਣ ਵਧਾਇਆ ਸੀ। ਤਾਂ ਹੁਣ ਭਾਰਤ ਸਰਕਾਰ ਦੇ ਵੱਲੋਂ ਇਹਨਾਂ ਦਾ ਵੀ ਮਾਣ ਵਧਾਇਆ ਗਿਆ ਹੈ। ਇਹਨਾਂ ਦੇ ਨਾਮ ਦੇ ਉੱਤੇ ਅੰਡੇਮਾਨ ਨਿਕੋਬਾਰ ਦੇ ਵਿੱਚ ਇੱਕ ਟਾਪੂ ਦਾ ਨਾਮ ਰੱਖਿਆ ਗਿਆ ਹੈ, ਔਰ ਉਸ ਨਾਮ ਨੂੰ ਜਿਹੜਾ ਟਾਪੂ ਨੂੰ ਨਾਮ ਦਿੱਤਾ ਗਿਆ ਹੈ ਸੇਖੋਂ ਦੀਪ। ਤਾਂ ਸੇਖੋਂ ਦੀਪ ਆ ਜਿਹੜਾ ਹੁਣ ਅੰਡੇਮਾਨ ਨਿਕੋਬਾਰ ਦੇ ਵਿੱਚ ਸਥਿਤ ਹੈ, ਔਰ ਉਸ ਨਾਮ ਦੇ ਸਦਕਾ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਜਿਹੜਾ ਨਾਮ ਚਮਕਿਆ ਹੈ। ਉਮੀਦ ਕਰਦੇ ਹਾਂ ਜੀ ਤੁਸੀਂ ਇਹਨਾਂ ਦੀ ਕਹਾਣੀ ਤੋਂ ਜ਼ਰੂਰ ਜਿਹੜਾ ਜਾਣੂ ਹੋਏ ਹੋਵੋਗੇ। ਔਰ ਤਸਵੀਰਾਂ ਤੁਹਾਨੂੰ ਇੱਥੇ ਹੋਰ ਵੀ ਇੱਕ ਨਜ਼ਰ ਆ ਰਹੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਲੜਾਕੂ ਜਹਾਜ਼ ਆ ਜਿਹੜੇ ਉਹ ਦਰਸਾਏ ਗਏ ਕਿ ਕਿਸ ਤਰੀਕੇ ਦੇ ਨਾਲ ਹਮਲਾ ਹੋਇਆ, ਔਰ ਕਿਸ ਤਰੀਕੇ ਨਾਲ ਜਿਹੜੇ ਵਿਰੋਧੀ ਜਹਾਜ਼ ਨੇ ਉਹਨਾਂ ਨੂੰ ਅਸਮਾਨ 'ਚੋਂ ਧਰਤੀ 'ਤੇ ਸਿੱਟਿਆ ਗਿਆ, ਨਸ਼ਟ ਕੀਤਾ ਗਿਆ। ਤਾਂ ਇਹ ਬਹਾਦਰੀ, ਇਹ ਦਲੇਰੀ ਹੈ ਜਿਹੜੀ ਸ਼ਾਇਦ ਤਾਂ ਹੀ ਕਹਿੰਦੇ ਆ ਕਿ ਪੰਜਾਬੀ ਹਮੇਸ਼ਾ ਦਲੇਰੀ ਤੇ ਬਹਾਦਰੀ ਲਈ ਜਾਣੇ ਜਾਂਦੇ ਆ। ਔਰ ਫੌਜੀ ਨੇ ਜਿਹੜੇ ਉਹ ਆਪਣੇ ਜਾਨ ਦੇ ਨਾਲੋਂ ਵੱਧ ਦੇਸ਼ ਨੂੰ ਪਿਆਰ ਕਰਦੇ ਨੇ। ਔਰ ਇਹਨਾਂ ਦੀ ਕਹਾਣੀ ਵੀ ਕੁਝ ਅਜਿਹੀ ਹੈ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਔਰ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਗੱਲਾਂ ਬਾਤਾਂ ਵੀ ਚੰਗੀਆਂ ਲੱਗੀਆਂ ਹੋਣਗੀਆਂ। ਇਹ ਕਹਾਣੀ ਹੈ ਜਿਹੜੀ ਸਰਦਾਰ ਨਿਰਮਲਜੀਤ ਸਿੰਘ ਸੇਖੋਂ ਜੀ ਦੀ, ਉਹ ਵੀ ਚੰਗੀ ਲੱਗੀ ਹੋਏਗੀ। ਔਰ ਜੇਕਰ ਕੋਈ ਸੁਝਾਅ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ। ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖ ਦੁਲੇ।